ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਆਓ ਆਪਣਾ ਸਮਾਂ ਹੋ ਚੁੱਕਿਆ ਹੈ ਕਲਾਸ ਦਾ। ਆਓ ਸਾਰੇ ਸੰਗਤ ਰੂਪ ਦੇ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੀ ਬਾਣੀ ਦੀ ਵਿਚਾਰ ਕਰੀਏ, ਸਤਿਗੁਰਾਂ ਦੇ ਉਪਦੇਸ਼ ਨੂੰ ਸਮਝੀਏ, ਮੰਨੀਏ ਤੇ ਕਮਾਉਣ ਦੀ ਕੋਸ਼ਿਸ਼ ਕਰੀਏ। ਆਪਾਂ ਸਤਿਗੁਰਾਂ ਦੀ ਬਾਣੀ ਜੋ ਵਿਚਾਰ ਰਹੇ ਹਾਂ, ਗੌੜੀ ਮਾਝ ਮਹੱਲਾ ਚੌਥਾ, ਜਿਸ ਵਿੱਚ ਆਪਾਂ ਕੱਲ੍ਹ ਵਿਚਾਰ ਰਹੇ ਸੀ ਕਿ ਅਸੀਂ ਵਾਰੇ ਜਾਂਦੇ ਹਾਂ ਗੋਬਿੰਦ ਤੋਂ, ਸਦਾ ਉਸ ਤੋਂ ਵਾਰੇ ਜਾਈਏ ਤੇ ਉਸੇ ਤੋਂ ਪ੍ਰੇਮ ਮਨ ਦਾ ਜੋ ਆਪਾਂ ਮੰਗਦੇ ਹਾਂ ਤੇ ਉਸੇ ਨੂੰ ਆਪਣੇ ਬਿਰਹੋ ਦਾ ਬਿਰਹਾ ਬਿਆਨ ਕਰਨਾ ਹੈ। ਕਿਉਂਕਿ ਇੱਕ ਅਵਸਥਾ ਹੁੰਦੀ ਹੈ ਜਿੱਥੇ ਆਪਾਂ ਉਸ ਪ੍ਰਭੂ ਦੇ ਨਾਲ ਆਪਣੇ ਵਿਚਾਰ ਕਰ ਸਕਦੇ ਹਾਂ, ਉਸ ਦੀ ਉਸਤਤ ਕਰ ਸਕਦੇ ਹਾਂ ਸਨਮੁਖ ਹੋ ਕੇ, ਤੇ ਉਸ ਤੋਂ ਮੰਗ ਵੀ ਸਕਦੇ ਹਾਂ। ਕਿਉਂਕਿ ਹੈ ਤਾਂ ਸਾਰਿਆਂ ਦੇ ਸਾਹਮਣੇ ਸਦਾ ਰਹਿੰਦਾ, ਲੇਕਿਨ ਅਸੀਂ ਭਰਮ ਕਰਕੇ ਦੂਰ ਹਾਂ। ਤੇ ਉੱਥੇ ਫਿਰ ਸਾਨੂੰ ਇਹ ਆਪਾਂ ਵਿਚਾਰਦੇ ਸੀ ਕੱਲ੍ਹ ਜੋ ਸਮਝਾਇਆ ਗਿਆ ਸੀ, ਬਾਰੀ ਮੇਰੇ ਗੋਬਿੰਦਾ ਬਾਰੀ ਮੇਰੇ ਪਿਆਰਿਆ, ਹੋਂ ਤੁਧ ਬਿਟੋੜੋਂ ਸਦ ਵਾਰੀ ਜੀ। ਤੇ ਤੋਂ ਹੀ ਸਦਾ ਬਾਰੇ ਜਾਂਦੇ ਹਾਂ, ਉਸ ਪਿਆਰੇ ਤੋਂ, ਗੋਬਿੰਦ ਤੋਂ। ਮੇਰੇ ਮਨ ਤਨ ਪ੍ਰੇਮ ਪ੍ਰਮ ਕਾ ਮੇਰੇ ਗੋਬਿੰਦਾ, ਹਰ ਪੂੰਜੀ ਰਾਖ ਹਮਾਰੀ ਜੀ। ਫਿਰ ਉਹ ਸਾਡੀ ਪੂੰਜੀ ਰੱਖਦਾ ਹੈ, ਸਾਨੂੰ ਉਹ ਸੰਭਾਲਦਾ ਹੈ, ਉਹ ਖੁੱਟ ਖਜ਼ਾਨਾ ਦੇ ਦਿੰਦਾ ਹੈ, ਜਿਨ੍ਹਾਂ ਦੇ ਅੰਦਰ ਪ੍ਰੇਮ ਪੈ ਜਾਂਦਾ ਹੈ ਗੋਬਿੰਦ ਦੇ ਨਾਲ। ਸਤਿਗੁਰ ਬਿਸ਼ਟ ਮੇਲ ਮੇਰੇ ਗੋਬਿੰਦਾ, ਹਰ ਮੇਲੇ ਕਰ ਰਹਿਬਾਰੀ ਜੀਓ। ਫਿਰ ਉਹ ਸਤਿਗੁਰ ਵਿਸ਼ਟ ਜਿਨ੍ਹਾਂ ਦੁਆਰਾ ਪ੍ਰਭੂ ਦਾ ਮਿਲਾਪ ਹੁੰਦਾ ਹੈ, ਜਾਂ ਉਹ ਖਜ਼ਾਨਾ ਜਿਹੜਾ ਜਦੋਂ ਆਪ ਪ੍ਰਭੂ ਸਤਿਗੁਰ ਆ ਕੇ ਬੋਲਦਾ ਹੈ ਕਿ ਐਸੇ ਗੁਰ ਨੂੰ ਕਹਿੰਦੇ ਨੇ ਕਿ ਐਸੇ ਬਿਸ਼ਟ ਜੋ ਵਿਸ਼ੇਸ਼ ਹੈ, ਜੋ ਸ੍ਰੇਸ਼ਟ ਸਤਿਗੁਰ ਹੈ, ਉਸ ਦੇ ਨਾਲ ਮਿਲਾਪ ਹੋ ਜਾਵੇ ਤੇ ਦੂਜਿਆਂ ਨੂੰ ਵੀ ਆਪਾਂ ਗਿਆਨ ਦੇ ਸਕੀਏ, ਦੂਜਿਆਂ ਨੂੰ ਵੀ ਉਦਾਰ ਕਰ ਸਕੀਏ। ਕਿਉਂਕਿ ਫਿਰ ਦਾਨ ਕਿਹੜਾ ਹੈ ਕਿ ਆਪ ਆਪਾਂ ਧਿਆਉਣਾ ਹੈ, ਪਹਿਲਾਂ ਸੁਣ ਕੇ ਧਿਆਉਣਾ ਹੈ, ਫਿਰ ਦੂਜਿਆਂ ਨੂੰ ਆਪਾਂ ਦਾਨ ਕਰ ਸਕਦੇ ਹਾਂ ਆਪਣੇ ਦੁਆਰਾ, ਜਾਂ ਆਪਾਂ ਕਹਿ ਦਈਏ ਪ੍ਰਭੂ ਦੁਆਰਾ। ਪ੍ਰਭੂ ਸਾਡੇ ਦੁਆਰਾ ਇਹ ਗਿਆਨ ਦਿੰਦਾ ਹੈ। ਫਿਰ ਜਿਸ ਨੂੰ ਮਹਾਰਾਜ ਸਮਝਾਉਂਦੇ ਨੇ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ। ਹਰ ਨਾਮ ਦਇਆ ਕਰ ਪਾਇਆ ਮੇਰੇ ਗੋਬਿੰਦਾ, ਜਿਨ ਨਾਨਕ ਸਰਨ ਤੁਮਾਰੀ ਜੀਓ। ਜਦੋਂ ਆਪਾਂ ਇਹ ਬੇਨਤੀ ਕਰਦੇ ਹਾਂ, ਫਿਰ ਉਹ ਉਸ ਪ੍ਰਭੂ ਦੀ ਸ਼ਰਨ ਦੇ ਵਿੱਚੋਂ ਫਿਰ ਇਹ ਦਾਨ ਸਾਨੂੰ ਪ੍ਰਾਪਤ ਹੁੰਦਾ, ਹਰੀ ਦਾ ਨਾਮ ਦਾ ਖਜ਼ਾਨਾ ਪ੍ਰਾਪਤ ਹੁੰਦਾ ਹੈ। ਪਰ ਮਿਲਦਾ ਹੈ ਜਦੋਂ ਉਸ ਦੀ ਸ਼ਰਨ 'ਚ ਜਾ ਕੇ ਉਸ ਤੋਂ ਆਪਾਂ ਬੇਨਤੀ ਕਰਦੇ ਹਾਂ। ਕਿਉਂਕਿ ਸਾਡੇ ਅੰਦਰ ਵੀ ਇਹ ਚਾਹ ਹੋਵੇ ਕਿ ਅਸੀਂ ਖੁਦ ਵੀ ਜਪੀਏ ਤੇ ਦੂਜਿਆਂ ਨੂੰ ਵੀ ਜਪਾਈਏ, ਪਰ ਕੋਈ ਲਾਲਚ ਨਾ ਹੋਵੇ, ਕੋਈ ਆਸਾ ਮਨਸਾ ਨਾ ਹੋਵੇ, ਕੋਈ ਸੰਸਾਰਿਕ ਇੱਛਾ ਤੋਂ ਰਹਿਤ ਹੋ ਕੇ ਆਪਾਂ ਇਹ ਕਰਨਾ ਹੈ ਸਾਰਾ। ਇੱਥੇ ਤੱਕ ਆਪਾਂ ਕੱਲ੍ਹ ਵਿਚਾਰ ਕੀਤੀ ਸੀ। ਆਓ ਅੱਗੇ ਆਪਾਂ ਵਿਚਾਰਦੇ ਹਾਂ ਅਗਲਾ ਸ਼ਬਦ। ਫਿਰ ਗੌੜੀ ਮਾਝ ਮਹੱਲਾ ਚੌਥਾ, ਅਗਲਾ ਸ਼ਬਦ ਵੀ ਗੌੜੀ ਮਾਝ ਰਾਗ ਦਾ ਮਹੱਲਾ ਚੌਥਾ ਸ਼ਬਦ ਹੈ। ਚੋਜੀ ਮੇਰੇ ਗੋਬਿੰਦਾ, ਚੋਜੀ ਮੇਰੇ ਪਿਆਰਿਆ। ਮੇਰਾ ਗੋਬਿੰਦ ਚੋਜੀ ਹੈ, ਪਿਆਰਾ ਚੋਜੀ ਹੈ। ਕਿਉਂਕਿ ਸੰਸਾਰ ਜਿਹੜਾ ਹੈ ਉਸੇ ਦੀ
ਰਚਨਾ ਹੈ ਉਸੇ ਦੀ ਚੋਜ ਹੈ। ਚੋਜ ਕਹਿ ਦਿੰਦੇ ਆਪਾਂ ਜਦੋਂ ਕੋਈ ਨਵੀਂ, ਜਿਵੇਂ ਆਪਾਂ ਬੱਚਾ ਕੋਈ ਨਵੀਆਂ ਖੇਡਾਂ ਕਰਦਾ, ਆਪਾਂ ਕਹਿ ਦਿੰਦੇ ਕਿ ਦੇਖੋ ਬੱਚਾ ਨਵੇਂ ਚੋਜ ਕਰਦਾ ਹੈ। ਇੱਦਾਂ ਹੀ ਇਹ ਪ੍ਰਭੂ ਦੀ ਜੀਵਾਂ ਨੂੰ ਸੰਸਾਰ ਦੇ ਵਿੱਚ ਕੀ ਕੁਛ ਕਰਦਾ ਹੈ, ਇਹ ਉਸ ਪ੍ਰਭੂ ਦੇ ਚੋਜ ਨੇ, ਕਿਉਂਕਿ ਚੋਜੀ ਹੈ, ਕੁਛ ਨਵਾਂ ਕਰ ਦਿੰਦਾ ਹੈ। ਇੱਥੇ ਵੀ ਸਮਝਾਉਂਦੇ ਨੇ ਕਿ ਮੇਰਾ ਜਿਹੜਾ ਪ੍ਰਭੂ ਹੈ ਉਹ ਸਦਾ ਚੋਜੀ ਹੈ। ਹਰ ਪ੍ਰਭ ਮੇਰਾ ਚੋਜੀ ਜੀਓ, ਪਰ ਉਸ ਨੂੰ ਜੋ ਪਾਉਂਦਾ ਉਹ ਕਰਦਾ ਹੈ। ਜਿਵੇਂ ਬੱਚਾ ਹੈ, ਬੱਚੇ ਨੂੰ ਜੋ ਚੰਗਾ ਲੱਗਦਾ ਉਹ ਕਰਦਾ ਹੈ। ਇੱਦਾਂ ਪ੍ਰਭੂ ਜੋ ਹੈ, ਬੱਚੇ ਨੂੰ ਤਾਂ ਆਪਾਂ ਹਟਾ ਵੀ ਸਕਦੇ, ਲੇਕਿਨ ਪਰਮੇਸ਼ਰ ਨੂੰ ਆਪਾਂ ਕੁਛ ਕਹਿ ਨਹੀਂ ਸਕਦੇ ਪ੍ਰਭੂ ਨੂੰ, ਕਿਉਂਕਿ ਉਹਨੂੰ ਆਪਾਂ ਨਾ ਕੋਈ ਹੁਕਮ ਕਰ ਸਕਦੇ ਹਾਂ। ਜੋ ਉਸ ਨੂੰ ਪਾਉਂਦਾ ਉਹ ਹੀ ਕਰਨਾ ਹੈ। ਜੋ ਤਿਸ ਭਾਵੈ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਹਰ ਆਪੇ ਕਾਨ ਉਹ ਪਾਇੰਦਾ ਮੇਰੇ ਗੋਬਿੰਦਾ। ਕੀ ਚੋਜ ਕਰਦਾ ਹੈ? ਹੁਣ ਅੱਗੇ ਦੱਸਦੇ ਨੇ ਵੀ ਚੋਜੀ ਤਾਂ ਹੈ, ਕਿਵੇਂ ਚੋਜ ਕਰਦਾ ਹੈ। ਹਰ ਆਪੇ ਕਾਨ ਉਹ ਪਾਇੰਦਾ ਮੇਰੇ ਗੋਬਿੰਦਾ। ਆਪ ਹੀ ਕ੍ਰਿਸ਼ਨ ਪੈਦਾ ਕਰ ਦਿੰਦਾ ਹੈ। ਜਿਵੇਂ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਪ੍ਰਗਟ ਹੋਏ। ਕ੍ਰਿਸ਼ਨ ਜੀ ਨੂੰ ਕਿਸ ਨੇ ਪੈਦਾ ਕੀਤਾ? ਆਪ ਪ੍ਰਭੂ ਨੇ। ਕ੍ਰਿਸ਼ਨ ਜੀ ਕੌਣ ਸੀ? ਆਤਮ। ਸਾਡੇ ਅੰਦਰ ਆਤਮ ਨੂੰ ਪ੍ਰਗਟ ਕਰ ਦਿੰਦਾ ਹੈ। ਹਰ ਆਪੇ ਗੋਪੀ ਖੋਜੀ ਜੀਓ। ਫਿਰ ਆਪ ਹੀ ਜੋ ਸਾਡਾ ਮਨ ਹੈ ਪ੍ਰਕਾਸ਼ ਹੋ ਜਾਂਦਾ ਹੈ, ਉੱਥੇ ਮਨ ਸਾਡਾ ਗੋਪੀ ਬਣ ਜਾਂਦਾ ਹੈ। ਕਿਉਂਕਿ ਗੋਪੀ ਜੋ ਹੈ ਸੀ, ਜੋ ਗੋਪੀਆਂ ਸੀ, ਦੁਆਪਰ ਯੁੱਗ ਦੀ ਜੋ ਕਥਾ ਹੁੰਦੀ ਹੈ ਕ੍ਰਿਸ਼ਨ ਲੀਲਾ, ਕਿ ਕ੍ਰਿਸ਼ਨ ਜੀ ਦੀਆਂ ਬਹੁਤ ਸਾਰੀਆਂ ਗੋਪੀਆਂ ਸੀ। ਅਤੇ ਕ੍ਰਿਸ਼ਨ ਜੀ ਬਾਰੇ ਵੀ ਆਉਂਦਾ ਹੈ ਕਿ ਕ੍ਰਿਸ਼ਨ ਜੀ ਇੱਕ ਦਿਨ ਗੋਪੀਆਂ ਇਸ਼ਨਾਨ ਕਰਦੀਆਂ ਸੀ, ਉਹਨਾਂ ਦੇ ਵਸਤਰ ਹਰਨ ਕਰ ਲਏ ਕ੍ਰਿਸ਼ਨ ਜੀ ਨੇ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇਸ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਉਹ ਸਰੀਰਕ ਗੋਪੀਆਂ ਨਹੀਂ ਸਨ, ਕਿਉਂਕਿ ਉਹ ਜਿਹੜਾ ਤਮਾਸ਼ਾ ਸੀ ਉਹ ਪਾਰਜਾਤ ਗੋਪੀ ਸੀ, ਸਰੀਰ ਕਰਕੇ ਨਹੀਂ ਸੀ। ਜਿਹੜਾ ਮਨ ਨੇ ਕੱਪੜਾ ਪਹਿਨਿਆ ਮਾਇਆ ਦਾ, ਇਹ ਕੱਪੜਾ ਮਾਲਕ ਚੜਾ ਲੈਂਦਾ ਹੈ, ਮਨ ਸਾਡਾ ਪ੍ਰਕਾਸ਼ ਹੋ ਜਾਂਦਾ ਹੈ। ਜਿਸ ਇਸ ਦੇ ਉੱਤੇ ਕੱਪੜਾ ਪਾਇਆ ਹੈ ਮਾਇਆ ਦਾ, ਇਹ ਉਤਾਰ ਲੈਂਦਾ ਹੈ। ਅਤੇ ਮਨ ਜਿਹੜਾ ਸਾਡਾ ਪਹਿਲਾਂ ਮਾਇਆ ਦੇ ਕੱਪੜੇ 'ਚ ਲਿਪਟਿਆ, ਇਸ ਕਰਕੇ ਇਸ ਨੂੰ ਆਪਾਂ ਨਹੀਂ ਦਿਸਦਾ। ਫਿਰ ਇਹ ਮਨ ਪ੍ਰਕਾਸ਼ ਹੋ ਜਾਂਦਾ, ਜਿਹਨੂੰ ਆਪਾਂ ਕਹਿ ਦਈਏ ਕਿ ਮਨ ਮਾਇਆ ਦਾ ਕੱਪੜਾ ਉਤਾਰ ਦਿੰਦਾ, ਮਨ ਨੰਗਾ ਹੋ ਜਾਂਦਾ ਹੈ ਅਤੇ ਫਿਰ ਆਪਣੇ ਪ੍ਰਕਾਸ਼ ਰੂਪ ਨੂੰ ਦੇਖਦਾ ਹੈ। ਜਿੰਨੀ ਦੇਰ ਮਾਇਆ ਦੇ ਕੱਪੜੇ 'ਚ ਢਕਿਆ ਹੈ, ਉਨੀ ਦੇਰ ਸਾਨੂੰ ਆਪਣਾ ਪ੍ਰਕਾਸ਼ ਰੂਪ ਨਜ਼ਰ ਨਹੀਂ ਆਉਂਦਾ। ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਆਸਜ ਦੀ ਬਾਰ 'ਚ ਸਾਨੂੰ ਸਮਝਾਇਆ ਹੈ ਕਿ ਜਿਸ ਸਮੇਂ ਕ੍ਰਿਸ਼ਨ ਜੀ ਆਏ ਅਤੇ ਉਹਨਾਂ ਨੇ ਫਿਰ ਇੱਕ ਰੰਗ ਕੀਤਾ, ਤਮਾਸ਼ਾ ਕੀਤਾ, ਅਤੇ ਫਿਰ ਪਾਰਜਾਤ ਗੋਪੀ ਲਾਇਆ। ਪਾਰਜਾਤ ਬਿੰਦਰਾਵਨ ਮੈਂ ਰੰਗ ਕੀਆ, ਇਸਨੂੰ ਮਹਾਰਾਜ ਸਮਝਾਉਂਦੇ ਨੇ। पारजात गोपी बिंद्रावन में रंग किया, पारजात गोपी लै आया बिंद्रावन में रंग किया। ਤੇ ਇਹ ਫਿਰ ਇੱਦਾਂ ਸਾਨੂੰ ਸਮਝਾਉਂਦੇ ਨੇ ਕਿ ਉਹ ਪਰਮੇਸ਼ਰ ਆਪ ਕਾਨ ਪੈਦਾ ਕਰ ਦਿੰਦਾ ਅਤੇ ਆਪ ਗੋਪੀਆਂ ਵੀ ਖੋਜ ਲੈਂਦਾ ਹੈ। ਇੱਕ ਦੇ ਅੰਦਰ ਪਹਿਲਾਂ ਆਤਮਾ ਪ੍ਰਗਟ ਕਰ ਦਿੰਦਾ ਹੈ ਅਤੇ ਉਹਦੇ ਦੁਆਰਾ ਫਿਰ ਹੋਰ ਜੀਵਾਂ ਨੂੰ ਗਿਆਨ ਦੇ ਕੇ ਉਹਨਾਂ ਨੂੰ ਵੀ ਮਨ ਨੂੰ ਪ੍ਰਕਾਸ਼ ਕਰ ਦਿੰਦਾ ਹੈ, ਪਿਆਰ ਪੈ ਜਾਂਦਾ ਹੈ, ਉਸ ਪ੍ਰਭੂ ਨੂੰ ਆਰਾਧਨਾ ਸ਼ੁਰੂ ਕਰ ਦਿੰਦੇ ਨੇ। ਇਹ ਉਸ ਦੇ ਚੋਜ ਨੇ, ਕਿਸੇ ਨੂੰ ਵੀ ਕਦੇ ਵੀ ਚਰਾ ਸਕਦਾ ਹੈ। ਹਰ ਆਪੇ ਸਭ ਘਟ ਭੋਗਦਾ ਮੇਰੇ ਗੋਬਿੰਦਾ। ਸਾਰੇ ਘਟ ਵਿੱਚ ਆਪ ਭੋਗਦਾ ਹੈ, ਸਾਰੇ ਘਟਨ ਦੇ ਵਿੱਚ ਆ ਵਰਤਦਾ ਹੈ। ਆਪੇ ਰਸੀਆ ਭੋਗੀ ਜੀਓ, ਆਪ ਰਸ ਨੂੰ ਭੋਗਦਾ ਹੈ, ਕਿਉਂਕਿ
ਇੱਕ ਮਨ ਦੇ ਰਸ ਨੇ ਤੇ ਇੱਕ ਤਨ ਦੇ ਰਸ ਨੇ। ਇੱਥੇ ਜਿਹੜਾ ਰਸ ਦੀ ਗੱਲ ਆ ਰਹੀ ਸਰੀਰਕ ਰਸਾਂ ਦੀ ਨਹੀਂ ਹੈ, ਇੱਥੇ ਮਨ ਦੀ ਰਸ ਦੀ ਗੱਲ ਹੈ ਕਿ ਫਿਰ ਮਨ ਜਾਗਦਾ ਹੈ, ਫਿਰ ਹਰੀ ਦੇ ਰਸ ਨੂੰ ਭੋਗਦਾ ਹੈ ਤੇ ਸਾਰਿਆਂ 'ਚ ਉਸ ਦੀ ਜੋਤ ਹੈ ਤੇ ਆਪ ਸਾਰਿਆਂ 'ਚ ਵਰਤਦਾ ਵੀ ਹੈ, ਭੋਗਦਾ ਵੀ ਹੈ। ਦਾਤ ਦੇਣ ਵਾਲਾ ਵੀ ਆਪ, ਭੋਗਣ ਵਾਲਾ ਵੀ ਆਪ ਹੈ। ਜਿਵੇਂ ਆਪਾਂ ਰਾਤ ਵਿਚਾਰਦੇ ਸੀ, ਹਰ ਆਪੇ ਦਾਤਾ ਆਪੇ ਭੁਗਤਾ ਜੀ। ਹਰ ਸੁਜਾਨ ਨਾ ਭੁੱਲੇ ਮੇਰੇ ਗੋਬਿੰਦਾ, ਆਪੇ ਸਤਿਗੁਰ ਜੋਗੀ ਜੀਓ। ਹਰੀ ਸਿਆਣਾ ਹੈ, ਸੁਜਾਨ ਹੈ, ਕਿਉਂਕਿ ਉਸੇ ਦੀ ਰਚਨਾ ਹੈ ਸਾਰੀ, ਉਹ ਭੁੱਲਦਾ ਨਹੀਂ ਹੈ। ਆਪਾਂ ਭੁੱਲ ਸਕਦੇ ਹਾਂ, ਸਾਰਾ ਸੰਸਾਰ ਭੁੱਲਣ ਦੇ ਵਿੱਚ ਹੈ, ਲੇਕਿਨ ਪਰਮੇਸ਼ਰ ਅਭੁੱਲ ਹੈ, ਉਹ ਨਹੀਂ ਭੁੱਲਦਾ। ਇਸ ਕਰਕੇ ਸਮਝਾਉਂਦੇ ਨੇ ਕਿ ਉਹੀ ਅਸਲੀ ਸਤਿਗੁਰ ਹੈ, ਉਹੀ ਜੋਗੀ ਹੈ, ਉਹੀ ਸਾਨੂੰ ਆਪਣੇ ਨਾਲ ਜੋੜਦਾ ਹੈ, ਆਪ ਗਿਆਨ ਦਿੰਦਾ ਹੈ। ਕਿਉਂਕਿ ਆਪਾਂ ਗਲਤੀ ਕਰ ਸਕਦੇ, ਉਹ ਨਹੀਂ। ਆਪਾਂ ਭੁੱਲ ਸਕਦੇ, ਅਸੀਂ ਭੁੱਲੇ ਹੀ ਸੀ ਤੇ ਉਸਨੇ ਕਿਰਪਾ ਕਰਕੇ ਸਾਨੂੰ ਜਨਾਇਆ ਹੈ, ਲੇਕਿਨ ਉਹ ਆਪ ਅਭੁੱਲ ਹੈ। ਆਪ ਹੀ ਸਾਨੂੰ ਸੱਚਾ ਗੁਰ ਦੇ ਕੇ ਜਗਾ ਦਿੰਦਾ ਹੈ, ਆਪ ਜੋੜ ਲੈਂਦਾ ਹੈ। ਇਹ ਉਸ ਦਾ ਜੋ ਆਪਾਂ ਵੀ ਅੱਜ ਕਰ ਰਹੇ, ਇਹ ਕੋਈ ਇਹ ਨਹੀਂ ਸੀ ਕਿ ਆਪਾਂ ਪਹਿਲਾਂ ਇਵੇਂ ਕਰਦੇ ਸੀ, ਕਿਉਂਕਿ ਉਸ ਦੀ ਦਇਆ ਹੋਈ, ਜਾ ਕੇ ਤੇ ਸੋਝੀ ਹੋਈ, ਆਪ ਹੀ ਜਗਾਇਆ, ਆਪ ਹੀ ਗਿਆਨ ਦਿੱਤਾ ਤੇ ਆਪ ਹੀ ਅੱਗੇ ਗਿਆਨ ਦੇ ਰਿਹਾ ਹੈ। ਇਸ ਕਰਕੇ ਉਸ ਦਾ ਆਪਣਾ ਖੇਲ ਹੈ। ਆਪੇ ਜਗਤ ਉਪਾਇੰਦਾ ਮੇਰੇ ਗੋਬਿੰਦਾ, ਹਰ ਆਪ ਖੇਲੇ ਬਹੁਰੰਗੀ ਜੀਓ। ਆਪ ਹੀ ਸੰਸਾਰ ਨੂੰ ਪੈਦਾ ਕਰਦਾ ਹੈ ਤੇ ਸੰਸਾਰ ਨੂੰ ਕਿੰਨੇ ਰੰਗਾਂ ਦੇ ਵਿੱਚ ਪੈਦਾ ਕੀਤਾ ਹੈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ, ਕਰ ਕਰ ਵੇਖੈ ਕੀਤਾ ਆਪਣਾ, ਜੋ ਤਿਸ ਦੀ ਵਡਿਆਈ। ਜੋ ਤਿਸ ਪਾਵੇ ਸੋਈ ਕਰਸੀ, ਹੁਕਮ ਨਾ ਕਰਨਾ ਜਾਈ। ਇਹ ਬਹੁ ਰੰਗਾਂ ਦੇ ਵਿੱਚ ਇਹ ਉਸੇ ਦੀ ਰਚਨਾ ਹੈ, ਕਿਉਂਕਿ ਸਾਰੇ ਜਿਹੜੀ ਮਾਇਆ ਹੈ, ਜੋ ਆਪਾਂ ਦਿਸਦੇ ਨੇ, ਇਹ ਪੌਣ ਪਾਣੀ ਅਗਨ ਤੋਂ ਪੈਦਾ ਹੋਏ ਨੇ, ਲੇਕਿਨ ਇਸ ਦੇ ਵਿੱਚ ਜੋਤ ਰੱਖੀ ਹੈ। ਜਦੋਂ ਜੋਤ ਖਿੱਚ ਲੈਂਦਾ ਤੇ ਇਹ ਫਿਰ ਮਿੱਟੀ ਹੋ ਜਾਂਦਾ ਹੈ, ਪੌਣ ਪੌਣ ਸਮਾ ਜਾਂਦੀ ਹੈ ਜੋਤ, ਜੋਤ ਚਲ ਜਾਂਦੀ ਹੈ। ਇੱਦਾਂ ਇੱਕ ਖੇਲ ਆਪ ਹੈ, ਕਿਉਂਕਿ ਹਰ ਦੇ ਵਿੱਚ ਜੋਤ ਉਸਦੀ ਆਪਣੀ ਹੈ। ਜਿੰਨੀ ਦੇਰ ਜੋਤ ਹੈ ਉਹ ਚੀਜ਼ ਚੰਗੀ ਲੱਗਦੀ, ਜਦੋਂ ਨਿਕਲ ਜਾਂਦੀ ਤੇ ਉਹ ਹੀ ਮ੍ਰਿਤਕ ਹੋ ਜਾਂਦੀ ਹੈ। ਇੱਕ ਨਾ ਭੋਗ ਭੁਗਾਇਂਦਾ ਮੇਰੇ ਗੋਬਿੰਦਾ, ਇੱਕ ਨਗਨ ਫਿਰੇ ਨੰਗ ਨੰਗੀ ਜੀਓ। ਇਕਨਾਂ ਨੂੰ ਫਿਰ ਭੋਗ ਭੁਗਾਉਂਦਾ ਹੈ, ਸਾਰਿਆਂ 'ਚ ਆਪ ਹੈ। ਇਕਨਾਂ ਨੂੰ ਸੰਸਾਰ ਦੇ ਭੋਗਾਂ ਦੇ ਵਿੱਚ ਲਾਇਆ ਹੋਇਆ ਹੈ ਤੇ ਇਕਨਾਂ ਨੂੰ ਆਪਣੇ ਰਸਤੇ ਵਿੱਚ ਜੋੜ ਲੈਂਦਾ, ਉਸ ਨੂੰ ਮਾਇਆ ਤੋਂ ਨਿਰਲੇਪ ਕਰ ਲੈਂਦਾ ਹੈ। ਇੱਥੇ ਆਪਾਂ ਇਹ ਵੀ ਕਹਿ ਸਕਦੇ, ਜਿਹੜਾ ਨੰਗ ਨੰਗੀ ਕਿਹਾ ਹੈ, ਜਿਹੜਾ ਮਨ ਫਿਰ ਇਸ ਮਾਇਆ ਦੇ ਕੱਪੜੇ ਤੋਂ ਨੂੰ ਉਤਾਰ ਦਿੰਦਾ ਹੈ, ਮਾਇਆ ਤੋਂ ਰਹਿਤ ਹੋ ਜਾਂਦਾ, ਫਿਰ ਉੱਥੇ ਮਨ ਪ੍ਰਕਾਸ਼ ਹੋ ਜਾਂਦਾ ਹੈ। ਕਿਉਂਕਿ ਮਨ ਪ੍ਰਕਾਸ਼ ਉਦੋਂ ਹੀ ਹੈ ਜਦੋਂ ਇਸ ਮਾਇਆ ਦੇ ਕੱਪੜੇ ਤੋਂ ਨਿਰਲੇਪ ਹੈ, ਨਾਮ ਦਾ ਕੱਪੜਾ ਪਹਿਨਿਆ ਹੈ। ਆਪੇ ਜਗਤ ਉਪਾਇੰਦਾ ਮੇਰੇ ਗੋਬਿੰਦਾ, ਹਰ ਦਾਨ ਦੇਵੈ ਸਭ ਮੰਗੀ ਜੀਓ। ਆਪ ਜਗਤ ਨੂੰ ਪੈਦਾ ਵੀ ਕਰਦਾ ਹੈ, ਫਿਰ ਦਾਨ ਵੀ ਦਿੰਦਾ ਹੈ। ਜਿਹੜੇ ਮੰਗਦੇ ਨੇ ਸਭ ਨੂੰ ਦਾਨ ਦਿੰਦਾ ਹੈ। ਇੱਕ ਸੰਸਾਰਿਕ ਵਸਤਾਂ ਵੀ ਦਿੰਦਾ ਹੈ, ਪਰ ਜੋ ਗੁਰਬਾਣੀ ਹੈ ਇਹ ਮਨ ਦੀ ਗੱਲ ਕਰਦੀ ਹੈ। ਮਨ ਦੇ ਵਾਸਤੇ ਜਿਹੜਾ ਦਾਨ ਹੈ ਉਹ ਹੈ ਨਾਮ। ਦਾਨਾ ਸਿਰ ਦਾਨ ਨਾਮ ਦਾਨ। ਜੋ ਮਨ ਦਾ ਭੋਜਨ ਹੈ, ਮਨ ਦਾ ਕੱਪੜਾ ਹੈ, ਮਨ ਦਾ ਘਰ ਹੈ, ਮਨ ਵਾਸਤੇ ਸਾਰਾ ਕੁਛ ਨਾਮ ਹੈ। ਕਿਉਂਕਿ ਨਿਰਧਨ ਨੂੰ ਧਨ ਹੀ ਨਾਮ ਹੀ ਧਨ ਹੈ। ਨਿਮਾਣੇ ਕੋ ਨਾਮ ਹੀ ਮਾਨ ਹੈ, ਨਿਤਾਣੇ ਨੂੰ ਨਾਮ ਹੀ ਤਾਣ ਹੈ, ਨਿਥਾਵੇ ਨੂੰ ਨਾਮ ਹੀ ਥਾਉ ਹੈ।
ਇਸ ਕਰਕੇ ਫਿਰ ਆਪ ਦਿੰਦਾ ਵੀ ਹੈ, ਜਿਹੜੇ ਮੰਗਦੇ ਨੇ ਉਹਨਾਂ ਨੂੰ ਦਿੰਦਾ ਹੈ। ਭਗਤਾਂ ਨਾਮ ਆਧਾਰ ਹੈ ਮੇਰੇ ਗੋਬਿੰਦਾ, ਹਰ ਕਥਾ ਮੰਗੇ ਹਰ ਚੰਗੀ ਜੀਓ। ਤੇ ਜਿਹੜੇ ਉਹਦੇ ਭਗਤ ਨੇ ਉਹਨਾਂ ਦਾ ਆਧਾਰ ਕੀ ਹੈ? ਨਾਮ। ਇਸ ਕਰਕੇ ਉਹ ਨਾਮ ਤੇ ਆਉਂਦੇ ਨੇ ਤੇ ਨਾਮ ਦੀ ਹੀ ਕਥਾ ਚਾਹੁੰਦੇ ਨੇ, ਮੰਗਦੇ ਨੇ ਕਿ ਐਸੀ ਹੀ ਕਿਰਪਾ ਕਰੋ, ਤੇਰਾ ਗਿਆਨ, ਤੇਰੇ ਗੁਣ ਗਾਉਂਦੇ ਰਹੀਏ, ਤੇਰੇ ਮਿਲਾਪ ਦਾ ਰਸਤਾ ਦਿੰਦੇ ਰਹੀਏ, ਕਿਉਂਕਿ ਇਸ ਤੋਂ ਉੱਤਮ ਕੋਈ ਨਹੀਂ ਹੈ। ਹਰੀ ਦੀ ਕਥਾ ਤੋਂ ਉੱਪਰ ਕੁਛ ਨਹੀਂ ਹੈ, ਸਭ ਤੋਂ ਉੱਤਮ ਹਰ ਕੀ ਕਥਾ। ਤੇ ਭਗਤ ਇਹ ਮੰਗਦੇ ਨੇ ਉਸ ਪ੍ਰਭੂ ਦੇ ਕੋਲੋਂ, ਇਹ ਸਭ ਤੋਂ ਉੱਤਮ ਹੈ। ਹਰ ਆਪੇ ਭਗਤ ਕਰਾਏਂਦਾ ਮੇਰੇ ਗੋਬਿੰਦਾ, ਹਰ ਭਗਤਾਂ ਲੋਚ ਮਨ ਪੂਰੀ ਜੀਓ। ਫਿਰ ਜਦੋਂ ਅਸੀਂ ਮੰਗਦੇ ਹਾਂ ਪ੍ਰਭੂ ਤੋਂ, ਉਹਦਾ ਭਗਤ ਜੋ ਮੰਗਦਾ ਹੈ, ਫਿਰ ਆਪ ਆਪਣੇ ਭਗਤਾਂ ਨੂੰ ਇਹ ਭਗਤੀ ਕਰਾਉਂਦਾ ਹੈ। ਹਰ ਭਗਤਾਂ ਲੋਚ ਮਨ ਪੂਰੀ ਜੀਓ। ਆਪ ਹਰੀ ਆਪਣੇ ਭਗਤਾਂ ਦੀ ਲੋਚਾ ਨੂੰ, ਜੋ ਮਨ ਦੀ ਲੋਚਾ ਹੈ, ਸੰਸਾਰਿਕ ਨਹੀਂ। ਇੱਥੇ ਇਹ ਆਪਾਂ ਸਾਵਧਾਨ ਰਹਿਣਾ ਹੈ ਕਿ ਗੁਰਬਾਣੀ ਚੌਥੇ ਪਦ ਦੀ ਹੈ, ਇਹ ਮਨ ਦੇ ਵਾਸਤੇ ਹੈ। ਜਦੋਂ ਮਨ ਫਿਰ ਮੰਗਦਾ ਹੈ, ਫਿਰ ਮਾਲਕ ਆਪ ਆਪਣੀ ਭਗਤੀ ਚਲਾਉਂਦਾ ਹੈ, ਆਪਣੇ ਭਗਤਾਂ ਦੀ ਲੋਚਾ ਪੂਰੀ ਕਰਦਾ ਹੈ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਾਧ ਜਨਾ ਕੀ ਮਾਂਗੂ ਤੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੂੰ, ਸਾਥ ਸਾਥ ਪ੍ਰਭ ਤੁਮੇ ਤਿਆਵੂੰ। ਫਿਰ ਇਹ ਮੰਗਦੇ ਨੇ। ਇਸ ਕਰਕੇ ਭਗਤਾਂ ਦੀ ਲੋਚਾ ਇਹ ਹੈ, ਫਿਰ ਆਪਣੇ ਭਗਤਾਂ ਦੀ ਲੋਚਾ ਪੂਰੀ ਕਰਦਾ ਹੈ। ਚਰਨ ਕਮਲ ਸਿਓ ਲਾਗੈ ਪ੍ਰੀਤ, ਭਗਤ ਕਰੂੰ ਪ੍ਰਭ ਕੀ ਨਿਤ ਨੀਤ। ਏਕ ਓਟ ਏਕੋ ਆਧਾਰ, ਨਾਨਕ ਮੰਗੈ ਨਾਮ ਪ੍ਰਭ ਸਾਰ। ਇਹ ਚੀਜ਼ਾਂ ਭਗਤ ਮੰਗਦੇ ਨੇ ਉਸ ਪ੍ਰਭੂ ਤੋਂ, ਫਿਰ ਪੂਰੀ ਕਰਦਾ ਹੈ ਲੋਚਾ। ਆਪੇ ਜਲ ਥਲ ਵਰਤਦਾ ਮੇਰੇ ਗੋਬਿੰਦਾ, ਰੱਬ ਰਿਹਾ ਨਹੀਂ ਦੂਰੀ ਜੀਓ। ਆਪ ਹੀ ਪ੍ਰਗਟ ਹੋ ਜਾਂਦਾ ਹੈ, ਜਲ ਵਿੱਚ ਵੀ ਉਹ ਹੀ ਦਿਸਦਾ ਹੈ, ਥਲ ਵਿੱਚ ਵੀ ਹਰ ਥਾਂ ਉਹ ਵਰਤਦਾ ਹੈ, ਸਭ ਤੋਂ ਨੇੜੇ ਹੈ, ਦੂਰ ਨਹੀਂ। ਜਿਹੜੇ ਪਹਿਲਾਂ ਦੂਰ ਸਮਝਦੇ ਸੀ, ਉਹਨਾਂ ਨੂੰ ਪ੍ਰਗਟ ਹੋ ਕੇ ਸਭ ਤੋਂ ਨੇੜੇ ਦਿਸਦਾ ਹੈ। ਇੰਨਾ ਨੇੜੇ ਕਿ ਇਹਨਾਂ ਨੇੜੇ ਕੋਈ ਵੀ ਦੂਜਾ ਨਹੀਂ ਆ ਸਕਦਾ। ਇਹਨਾਂ ਨੇਤਰ ਜਿਉ ਨੇਤਰ ਖੋਲੇ ਸਾਹਮਣੇ ਮਾਲਕ ਹੈ। ਹਰ ਅੰਤਰ ਬਾਹਰ ਆਪ ਹੈ ਮੇਰੇ ਗੋਬਿੰਦਾ, ਹਰ ਆਪ ਰਹਾ ਭਰਪੂਰੀ ਜੀਓ। ਪਹਿਲਾਂ ਗਿਆਨ ਲੈ ਕੇ ਅੰਤਰਗਤ ਦੇਖਦੇ ਹਾਂ ਸਮ ਕਰਕੇ, ਫਿਰ ਅੰਦਰ ਦੇਖਦੇ, ਫਿਰ ਬਾਹਰ ਪ੍ਰਗਟ ਹੋ ਜਾਂਦਾ ਹੈ, ਫਿਰ ਸਾਰੇ ਪਾਸੇ ਭਰਪੂਰ ਨਜ਼ਰ ਆਉਂਦਾ ਹੈ। ਕਿਉਂਕਿ ਅੰਦਰ ਵੀ ਆਪ, ਬਾਹਰ ਵੀ ਆਪ, ਫਿਰ ਅੰਦਰ ਬਾਹਰ ਅਸੀਂ ਇੱਕ ਹੋ ਜਾਂਦਾ ਹੈ। ਹਰ ਆਤਮ ਰਾਮ ਪਸਾਰਿਆ ਮੇਰੇ ਗੋਬਿੰਦਾ, ਹਰ ਵੇਖੈ ਆਪ ਹਦੂਰੀ ਜੀਓ। ਫਿਰ ਸਾਰੇ ਪਾਸੇ ਉਸੇ ਦਾ ਪਸਾਰਾ ਨਜ਼ਰ ਆਉਂਦਾ ਹੈ, ਤੇ ਆਪ ਹਜ਼ੂਰ ਸਾਹਮਣੇ ਖੜਾ, ਅਸੀਂ ਉਸ ਨੂੰ ਦੇਖਦੇ ਤੇ ਉਹ ਸਾਨੂੰ ਦੇਖਦਾ ਹੈ। ਉਹ ਸਾਡੇ ਜੋਤ ਨਾਲ ਪਿਆਰ ਕਰਦਾ ਹੈ, ਮਨ ਦੇ ਨਾਲ, ਤੇ ਸਾਡਾ ਮਨ ਉਸ ਦੇ ਨਾਲ ਪਿਆਰ ਕਰਦਾ ਹੈ। ਫਿਰ ਆਪਾਂ ਉਹ ਅੱਖਾਂ ਦੇ ਨਾਲ ਦੇਖਦੇ ਹਾਂ ਜਿਹੜੀਆਂ ਸਾਡੇ ਮਨ ਦੀਆਂ ਅੱਖਾਂ ਨੇ। ਦੂਜੀਆਂ ਅੱਖਾਂ ਸੰਸਾਰ ਨੂੰ ਦੇਖਦੀਆਂ ਨੇ, ਤੇ ਮਨ ਦੀਆਂ ਅੱਖਾਂ ਪਰਮੇਸ਼ਰ ਨੂੰ ਦੇਖਦੀਆਂ ਨੇ। ਹਰ ਅੰਤਰ ਬਾਜਾ ਪਾਉਣ ਹੈ ਮੇਰੇ ਗੋਬਿੰਦਾ, ਹਰ ਆਪ ਬਜਾਏ ਤਿਉ ਵਾਜੈ ਜੀਓ। ਹੁਣ ਪਾਉਣ ਦੇਣ ਵਾਲਾ ਹਰੀ ਅੰਦਰ ਬੈਠਾ ਸਾਨੂੰ ਪਾਉਣ ਦੇ ਕੇ ਪਾਲ ਰਿਹਾ ਹੈ। 9 ਦੁਆਰੇ ਪ੍ਰਗਟ ਨੇ ਤੇ 10ਵੇਂ ਦੇ ਵਿੱਚ ਆਪ ਗੁਪਤ ਹੈ ਤੇ ਪਾਉਣ ਦਾ ਵਾਜਾ ਵਜਾ ਰਿਹਾ ਹੈ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਹਰ ਜੀਓ ਗੁਫਾ ਅੰਦਰ ਰੱਖ ਕੇ ਬਾਜਾ ਪਾਉਣ ਬਜਾਇਆ, 9 ਦੁਆਰੇ ਪ੍ਰਗਟ ਕੀਏ 10ਵਾਂ ਗੁਪਤ ਰੱਖਿਆ। ਹੁਣ ਉਹ ਸਾਨੂੰ ਪਾਉਣ ਦੇ ਕੇ ਪਾਲ ਰਿਹਾ ਹੈ, ਜਿਵੇਂ ਉਹ ਦਿੰਦਾ ਉਵੇਂ ਆਪਾਂ ਬਚਦੇ ਹਾਂ।
ਹਰ ਅੰਤਰ ਨਾਮ ਨਿਦਾਨ ਹੈ ਮੇਰੇ ਗੋਬਿੰਦਾ। ਗੁਰ ਸ਼ਬਦੀ ਹਰ ਪ੍ਰਭ ਗਾਜੈ ਜੀਓ। ਫਿਰ ਆਪਣੇ ਭਗਤਾਂ ਨੂੰ ਜਦੋਂ ਜਨਾ ਦਿੰਦਾ ਹੈ, ਅੰਦਰ ਦਾ ਭੇਤ ਆ ਜਾਂਦਾ, ਅੰਦਰ ਨਾਮ ਦਾ ਖਜ਼ਾਨਾ ਪਿਆ ਹੈ। ਸਾਡੇ ਪਿਓ ਦਾਦੇ ਦਾ ਜਿਹੜਾ ਖਜ਼ਾਨਾ ਆਪਾਂ ਪੜ੍ਹਦੇ ਹਾਂ, ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ, ਤੋ ਮੇਰੇ ਮਨ ਪਿਆ ਨਿਧਾਨਾ। ਕੀ ਖਜ਼ਾਨਾ ਹੈ? ਪ੍ਰਕਾਸ਼। ਫਿਰ ਉਹ ਪ੍ਰਕਾਸ਼ ਪ੍ਰਗਟ ਹੋ ਜਾਂਦਾ ਹੈ। ਉਸ ਨੂੰ ਦੇਖ ਕੇ ਫਿਰ ਆਪ ਪ੍ਰਭੂ ਆਪਣੇ ਜਨਾਂ ਦੁਆਰਾ ਆਪ ਗੁਰ ਸ਼ਬਦ ਦਾ ਗਿਆਨ ਦਿੰਦਾ ਹੈ, ਜਿਸ ਨੂੰ ਕਹਿੰਦੇ ਗੁਰ ਸ਼ਬਦੀ ਗੱਜਦਾ ਹੈ। ਗੁਰ ਆਪ ਦਿੰਦਾ ਹੈ। ਗੁਰ ਸ਼ਬਦੀ ਹਰ ਪ੍ਰਭ ਗਾਜੇ ਜੀਓ। ਫਿਰ ਗੁਰ ਦਾ ਜਦੋਂ ਗਿਆਨ ਦਿੰਦਾ, ਆਪ ਬੋਲ ਕੇ ਦਿੰਦਾ ਹੈ। ਇਸ ਕਰਕੇ ਉਸ ਨੂੰ ਗੱਜਣਾ ਕਿਹਾ ਹੈ। ਕਿਉਂਕਿ ਬਹੁਤ ਸਾਰੇ ਜੀਵ, ਇੱਕ ਸਮਾਂ ਆਉਂਦਾ ਹੈ ਜਿਹੜੇ ਜੀਵ ਜ਼ਿਆਦਾ ਬੋਲ ਕੇ ਅਭਿਆਸ ਕਰਦੇ ਨੇ ਕਿ ਉਹਨਾਂ ਨੂੰ ਕੁਛ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਨੇ, ਜਿਵੇਂ ਬੱਦਲ ਗੱਜਦੇ ਨੇ, ਜਿਵੇਂ ਢੋਲ ਵੱਜਦੇ ਨੇ, ਕਾਫੀ ਉੱਚੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ। ਕਿਉਂਕਿ ਆਮ ਜੀਵ ਇਹਨਾਂ 'ਚੋਂ ਜਿਹੜੇ ਇੱਧਰ ਮਾਰਗ 'ਤੇ ਚੱਲਦੇ, ਉਹਨਾਂ 'ਚੋਂ ਵੀ ਬਹੁਤ ਸਾਰੇ ਜੀਵ ਸਹਿ ਸਵਾਈ ਇਹ ਅਵਸਥਾ 'ਚ ਨਿਕਲਦੇ ਨੇ। ਪਰ ਉਹ ਆਵਾਜ਼ਾਂ ਨੇ ਜਿਹੜੀਆਂ, ਉਹ ਪਾਉਣ ਦੀਆਂ ਨੇ, ਤਨ ਤੱਕ ਸੀਮਤ ਨੇ। ਕਈ ਜੀਵ ਉਸੇ ਨੂੰ ਗੋਬਿੰਦ ਗੱਜਣ ਕਹਿ ਦਿੰਦੇ ਨੇ, ਵੀ ਆਜ ਗੋਬਿੰਦ ਗੱਜਿਆ ਹੈ, ਆ ਸ਼ਬਦ ਸੁਣਦੇ ਨੇ। ਕਿਉਂਕਿ ਉਹਨਾਂ ਨੂੰ ਇਹ ਨਹੀਂ ਪਤਾ ਵੀ ਸ਼ਬਦ ਕੀ ਹੁੰਦਾ ਹੈ। ਗੁਰੂ ਸਾਹਿਬ ਨੇ ਦੱਸਿਆ ਹੈ ਕਿ ਸ਼ਬਦ ਜਿਹੜਾ ਉਹ ਪ੍ਰਕਾਸ਼ ਹੈ, ਕੋਈ ਆਵਾਜ਼ ਨਹੀਂ ਹੈ। ਜੋ ਨਾਮ ਹੈ, ਸ਼ਬਦ ਨਾਮ ਨੂੰ ਕਿਹਾ ਹੈ, ਤੇ ਨਾਮ ਪ੍ਰਕਾਸ਼ ਹੈ। ਇਸ ਕਰਕੇ ਜਦੋਂ ਆ ਗੁਰ ਦੇ ਗਿਆਨ ਦੁਆਰਾ ਸਾਨੂੰ ਨਾਮ ਦੀ ਸੋਝੀ ਕਰਵਾਉਂਦਾ ਹੈ, ਉਸ ਸਮੇਂ ਆਪ ਪ੍ਰਭੂ ਆਪਣੇ ਭਗਤਾਂ ਦੁਆਰਾ ਫਿਰ ਬੋਲਦਾ ਹੈ। ਉਸ ਨੂੰ ਕਹਿੰਦੇ ਨੇ ਵੀ ਆਪ ਫਿਰ ਗੱਜਦਾ ਹੈ। ਜਦੋਂ ਅਸੀਂ ਅੰਦਰ ਦਾ ਧਿਆਨ ਲਾਉਂਦੇ ਹਾਂ, ਨਾਮ ਦੇ ਵਿੱਚ ਧਿਆਨ ਲੱਗਦਾ ਹੈ, ਨਾਮ ਪ੍ਰਗਟ ਹੈ, ਫਿਰ ਸਾਡੀ ਰਸਨਾ ਤੋਂ, ਆਪਣੇ ਜਨਾਂ ਦੀ ਰਸਨਾ ਤੋਂ ਆਪ ਬੋਲ ਕੇ ਇਹ ਗੁਰ ਦਾ ਗਿਆਨ ਦਿੰਦਾ, ਜਿਸ ਨੂੰ ਗੁਰ ਸ਼ਬਦ ਕਹਿੰਦੇ ਹਾਂ। ਆਪੇ ਸਰਨ ਪਵਾਇੰਦਾ ਮੇਰੇ ਗੋਬਿੰਦਾ, ਹਰ ਭਗਤ ਜਨਾ ਰਾਖ ਲਾਜੈ ਜੀਓ। ਆਪ ਹੀ ਸਾਨੂੰ ਆਪਣੀ ਸ਼ਰਨ ਦੇ ਵਿੱਚ ਲੈ ਕੇ ਜਾਂਦਾ ਹੈ ਗੁਰ ਦੇ ਗਿਆਨ ਦੁਆਰਾ, ਤੇ ਆਪ ਹੀ ਆਪਣੇ ਭਗਤਾਂ ਦੀ ਉੱਥੇ ਲਾਜ ਵੀ ਰੱਖਦਾ ਹੈ। ਜਦੋਂ ਆਪਾਂ ਸੱਚੇ ਮਨ ਦੇ ਨਾਲ, ਪੂਰੇ ਵਿਸ਼ਵਾਸ ਦੇ ਨਾਲ ਉੱਥੇ ਜਾਂਦੇ ਹਾਂ ਜਿੱਥੋਂ ਸਾਨੂੰ ਸਵਾਸ ਦੇ ਕੇ ਪਾਲਦਾ ਹੈ, ਉੱਥੋਂ ਸਾਨੂੰ ਮੋੜਦਾ ਨਹੀਂ ਹੈ। ਪਰ ਜਿਹੜੇ ਜੀਵ ਉੱਥੇ ਜਾਂਦੇ ਨੇ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ, ਸਭ ਸੇ ਨੋ ਕਿਰਪਾਲ ਸੰਭਾਲੇ ਸਾਹਿਬ ਸਾਹਿਬ, ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧ ਆਏ। ਵੀ ਜਿੱਥੇ ਬੈਠਾ ਸਾਨੂੰ ਸਾਰਿਆਂ ਨੂੰ ਸਵਾਸ ਦੇ ਕੇ ਸੰਭਾਲ ਰਿਹਾ ਹੈ ਪ੍ਰਭੂ, ਜੇ ਅਸੀਂ ਉੱਥੇ ਧਿਆਨ ਲਾ ਕੇ ਜਾਂਦੇ ਹਾਂ, ਸਵਾਸ ਗ੍ਰਾਸ ਤੇ ਆਉਂਦੇ ਹਾਂ ਵਿਸ਼ਵਾਸ ਦੇ ਨਾਲ, ਫਿਰ ਕੋਈ ਉੱਥੋਂ ਵਿਰਥਾ ਨਹੀਂ ਜਾਂਦਾ ਜਿਹੜਾ ਉਸ ਦੀ ਸ਼ਰਨ ਦੇ ਵਿੱਚ ਚਲੇ ਜਾਵੇ। ਪਰ ਗੱਲ ਹੈ ਵਿਸ਼ਵਾਸ ਤੇ। ਜੇ ਵਿਸ਼ਵਾਸ ਦੇ ਨਾਲ ਨਹੀਂ ਜਾਂਦੇ ਤੇ ਫਿਰ ਅਸੀਂ ਚਾਹੇ ਰੋਜ਼ ਹੀ ਜਾਈਏ, ਫਿਰ ਸਾਡਾ ਉੱਥੇ ਜਾਣ ਦਾ ਕੋਈ ਫਾਇਦਾ ਨਹੀਂ। ਕਿਉਂਕਿ ਜੇ ਵਿਸ਼ਵਾਸ ਨਹੀਂ, ਧਿਆਨ ਰੋਜ਼ ਲਾਈ ਜਾਈਏ ਚਾਹੇ, ਪਰ ਜੇ ਅਸੀਂ ਪੂਰੇ ਵਿਸ਼ਵਾਸ ਦੇ ਨਾਲ ਹਰ ਧਿਆਈਏ, ਸਾਸ ਗ੍ਰਾਸ ਪੂਰਨ ਵਿਸ਼ਵਾਸ। ਬੜ ਭਾਗੀ ਮਿਲ ਸੰਗਤੀ ਮੇਰੇ ਗੋਬਿੰਦਾ, ਜਨ ਨਾਨਕ ਨਾਮ ਸਿੱਧ ਕਾਜੇ ਜੀਓ। ਬੜ ਭਾਗੀ ਜਿਹੜੇ ਜੀਵ ਨੇ, ਉਹ ਹੀ ਫਿਰ ਸੰਗਤ 'ਚ ਜਾਂਦੇ ਨੇ, ਉਹ ਹੀ ਜਾ ਕੇ ਫਿਰ ਸੁਣਦੇ ਵੀ ਨੇ, ਮੰਨਦੇ ਵੀ ਨੇ, ਤੇ ਉਹਨਾਂ ਦੇ ਕਾਰਜ ਫਿਰ ਸਫਲ ਹੁੰਦੇ ਨੇ, ਸਿੱਧ ਹੋ ਜਾਂਦੇ ਨੇ। ਕਿਉਂਕਿ ਭਾਗਾਂ ਤੋਂ ਹੀਣੇ ਤਾਂ ਨਾ ਤਾਂ ਇੱਕ ਸੰਗਤ 'ਚ ਆ ਸਕਦੇ ਤੇ ਨਾ ਗਿਆਨ ਲੈ ਸਕਦੇ। ਜੇ ਸੁਣ ਵੀ ਲਿਆ ਤੇ ਉਹ ਫਿਰ ਮੰਨਦੇ ਨਹੀਂ, ਕਿਉਂਕਿ ਅੰਦਰ ਬੈਠਾ ਮੰਨਣ ਵੀ ਨਹੀਂ ਦਿੰਦਾ। ਮਨਾਉਂਦਾ ਵੀ ਉਹਨਾਂ ਨੂੰ ਹੈ ਜਿਨ੍ਹਾਂ ਨੂੰ ਸੰਤੁਸ਼ਟ ਹੁੰਦਾ ਹੈ। ਇਸ ਕਰਕੇ ਉਹ ਜੀਵਾਂ ਨੂੰ ਗੁਰਬਾਣੀ ਬੜਭਾਗੇ ਕਹਿੰਦੀ, ਜਿਹੜੇ ਸੰਗਤ 'ਚ ਆ ਕੇ ਬੈਠ ਕੇ ਗਿਆਨ ਲੈ ਕੇ ਕਮਾਉਂਦੇ ਨੇ, ਨਾਮ ਨੂੰ ਧਿਆਉਂਦੇ ਨੇ, ਉਹ ਫਿਰ ਆਪਣੇ ਜੀਵਨ ਦਾ ਲਾਹ ਖੜਦੇ ਨੇ।
अगला शब्द फिर गौड़ी माज महला चौथा। अगला शब्द भी गौड़ी माज रखता है महला चौथे का। मैं हर नाम मैं हर बिरहो लगाई जियो, मेरा हर प्रमित मिलै सुख पाई जियो। समझाਉਂਦੇ ਨੇ कि मैं अपने मन ਦੇ ਵਿੱਚ ਬਿਰਹੋ ਬੈਰਾਗ ਲਾਇਆ ਕਿਸ ਦਾ? ਨਾਮ ਦਾ। ਜਦੋਂ ਅੰਦਰ ਵੈਰਾਗ ਪੈਦਾ ਹੋਇਆ, ਪਰ ਹੁੰਦਾ ਵੀ ਕਦੋਂ? ਆਪਾਂ ਪਹਿਲਾਂ ਹੀ ਪੜ੍ਹ ਗਏ ਵੀ ਜਿਹਨਾਂ ਨੂੰ ਆਪ ਖੁਸ਼ ਹੁੰਦਾ ਹੈ ਉਹਨਾਂ ਦੇ ਅੰਦਰ ਵੈਰਾਗ ਪੈਦਾ ਕਰ ਦਿੰਦਾ ਹੈ, ਉਹਨਾਂ ਦੇ ਅੰਦਰ ਭਾਵ ਪੈਦਾ ਕਰਦਾ ਹੈ। ਫਿਰ ਇੱਥੇ ਦੱਸਦੇ ਨੇ ਵੀ ਸਾਡੇ ਮੇਰੇ ਅੰਦਰ ਇਹ ਪੈਦਾ ਹੋਇਆ, ਵੈਰਾਗ ਪੈਦਾ ਹੋਇਆ, ਨਾਮ ਦਾ ਬਿਰਹੋ ਪੈਦਾ ਹੋਇਆ। ਮੇਰਾ ਹਰ ਪ੍ਰਭ ਮਿੱਤ ਮਿਲੈ। ਜਦੋਂ ਵੈਰਾਗ ਪੈਦਾ ਹੋਇਆ ਮਿਲਦਾ, ਫਿਰ ਪ੍ਰਭੂ ਮਿਲਦਾ ਹੈ। ਮੇਰਾ ਹਰ ਪ੍ਰਭ ਮਿੱਤ ਮਿਲੈ ਸੁਖ ਪਾਈ ਜੀ, ਫਿਰ ਸੁਖ ਪ੍ਰਾਪਤ ਹੁੰਦਾ ਹੈ। ਹਰ ਪ੍ਰਭ ਦੇਖ ਜੀਵਾ ਮੇਰੀ ਮਾਈ ਜੀਓ। ਵੀ ਹੁਣ ਮੇਰਾ ਜੀਵਨ ਕੀ ਹੈ ਕਿ ਉਸ ਪ੍ਰਭੂ ਦੇ ਦਰਸ਼ਨ ਕਰਕੇ ਹੀ ਮੇਰਾ ਜੀਵਨ ਹੈ। ਮੇਰਾ ਨਾਮ ਸਖਾ ਹਰ ਪਾਈ ਜੀਓ। ਵੀ ਹੁਣ ਨਾਮ ਮੇਰਾ ਸਖਾ ਹੈ, ਜਿੱਥੇ ਵੀ ਜਾਈਏ ਨਾਲ ਹੈ, ਇੱਕ ਛਿਨ ਵੀ ਦੂਰ ਨਹੀਂ ਹੈ। ਅਸੀਂ ਤਾਂ ਭੁਲਾ ਸਕਦੇ, ਉਹ ਨਹੀਂ ਭੁਲਾਉਂਦਾ। ਜੇ ਭੁੱਲੇ ਵੀ ਦੇਖਦੇ ਹਾਂ ਫਿਰ ਸਾਹਮਣੇ ਹੈ। ਜਿਵੇਂ ਬੱਚੇ ਦਾ ਧਿਆਨ ਉੱਧਰ ਉੱਧਰ ਛੋਟੇ ਦਾ ਹੋ ਜਾਂਦਾ, ਮਾਂ ਪਿੱਛੇ ਪਿੱਛੇ ਰੱਖਦੀ ਹੈ, ਧਿਆਨ ਰੱਖਦੀ ਹੈ। ਇੱਦਾਂ ਹੀ ਆਪਣਾ ਧਿਆਨ ਤਾਂ ਉੱਧਰ ਉੱਧਰ ਸੰਸਾਰ 'ਚ ਜਾ ਸਕਦਾ, ਚਲੇ ਜਾਂਦਾ ਹੈ, ਕਿਉਂਕਿ ਆਪਾਂ ਸੰਸਾਰ 'ਤੇ ਵੀ ਸੰਸਾਰੀ ਜੀਵ ਵੀ ਹਾਂ, ਆਪਣੇ ਕੋਲ ਗ੍ਰਸਤ ਵੀ ਹੈ, ਪਰਿਵਾਰ ਹੈ, ਸਾਰਾ ਕੁਛ ਹੈ। ਹੋਰ ਵੀ ਅੱਜ ਦੇ ਯੁੱਗ ਦੇ ਵਿੱਚ ਆਪਾਂ ਦੇਖਦੇ ਹਾਂ ਨਿਭਾਉਣ ਦੇ ਵਾਸਤੇ ਜ਼ਿੰਮੇਵਾਰੀਆਂ, ਧਿਆਨ ਸਾਡਾ ਉੱਧਰ ਉੱਧਰ ਜਾਂਦਾ ਹੈ। ਲੇਕਿਨ ਜਦੋਂ ਦੇਖਦੇ ਹਾਂ ਸਾਹਮਣੇ ਹਾਜ਼ਰ ਹੈ। ਇਸ ਕਰਕੇ ਜਦ ਵੀ ਦੇਖੀਏ ਸਾਡਾ ਸਖਾ ਹੈ, ਸਾਡੇ ਨਾਲ ਰਹਿੰਦਾ ਹੈ। ਜਿਵੇਂ ਭਗਤ ਕਹਿੰਦੇ ਵੀ ਸਾਡੇ ਪਿੱਛੇ ਪਿੱਛੇ ਆਵਾਜ਼ਾਂ ਦਿੰਦਾ ਫਿਰਦਾ ਹੈ। ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ। ਸਮਝਾਉਂਦੇ ਨੇ ਕਿ ਉਹਦੇ ਸੰਤ ਨੇ ਗੁਣ ਗਾਉਂਦੇ ਨੇ ਉਸ ਪ੍ਰਭੂ ਦੇ ਗੁਣ। ਬਾਣੀ ਤਾਂ ਗਾਵੋ ਹਰੀ ਕੇਰੀ, ਗੁਰੂ ਕੇਰੀ। ਆਪਾਂ ਪੜ੍ਹਦੇ ਹਾਂ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਤੀ ਮਨ ਵਜੀਆਂ ਬਧਾਈਆਂ, ਰਾਗ ਰਤਨ ਪ੍ਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜੀ ਨੇ ਵਸਾਇਆ। ਜਿਨ੍ਹਾਂ ਨੇ ਮਨ ਦੇ ਵਿੱਚ ਵਸਾ ਲਿਆ ਉਹ ਫਿਰ ਸ਼ਬਦ ਕਿਸ ਦਾ ਗਾਉਂਦੇ? ਹਰੀ ਦਾ। ਇਸ ਕਰਕੇ ਇੱਥੇ ਵੀ ਆਪਾਂ ਨੂੰ ਸਮਝਾਉਂਦੇ ਨੇ ਕਿ ਉਸ ਪ੍ਰਭੂ ਦੇ ਗੁਣ ਹੀ ਗਾਉਂਦੇ ਨੇ। ਫਿਰ ਜਦੋਂ ਉਹ ਜਿਨ੍ਹਾਂ ਦਾ ਜੀਵਨ ਬਣ ਜਾਂਦਾ ਹੈ, ਉਸ ਦੇ ਦਰਸ਼ਨ ਕਰ ਲੈਂਦੇ, ਉਸ ਨੂੰ ਜਾਣ ਲੈਂਦੇ, ਜਿਨ੍ਹਾਂ ਦਾ ਸਖਾ ਹੋ ਜਾਂਦਾ ਹੈ, ਫਿਰ ਉਹ ਉਸ ਪ੍ਰਭੂ ਦੇ ਗੁਣ ਗਾਉਂਦੇ ਨੇ। ਉਸ ਪ੍ਰਭੂ ਦੀ ਸਿਫਤ ਸਲਾਹ ਕਰਨੀ, ਜਿਵੇਂ ਹੁਣ ਆਪਾਂ ਬੈਠੇ ਵਿਚਾਰ ਕਰਦੇ ਹਾਂ, ਇਹ ਉਸ ਪ੍ਰਭੂ ਦੀ ਰਹਿ ਰਾਸ ਹੈ, ਉਸ ਦੀ ਕਿਰਤੀ ਹੈ। ਅਤੇ ਇੱਥੇ ਸਮਝਾਉਂਦੇ ਨੇ ਗੁਣ ਗਾਵੋ ਸੰਤ ਜੀਓ ਮੇਰੇ ਹਰ ਪ੍ਰਭ ਕੇਰੇ ਜੀਓ। ਵੀ ਉਹ ਸੰਤ ਫਿਰ ਗੁਣ ਗਾਉਂਦੇ ਨੇ ਉਸ ਪ੍ਰਭੂ ਦੇ। ਜਪ ਗੁਰਮੁਖ ਨਾਮ ਜੀਓ ਭਾਗ ਵਡੇਰੇ ਜੀਓ। ਜਿਹੜੇ ਗੁਰਮੁਖ ਨੇ ਉਹ ਨਾਮ ਜਪਦੇ ਨੇ, ਨਾਮ ਦਾ ਗਿਆਨ ਦਿੰਦੇ ਨੇ। ਜਿਨ੍ਹਾਂ ਦੇ ਵੱਡੇ ਭਾਗ ਨੇ ਉਹਨਾਂ ਨੂੰ ਇਹ ਖਜ਼ਾਨਾ ਦਿੰਦਾ ਹੈ ਵੀ ਤੁਸੀਂ ਹੁਣ ਇਹ ਗਿਆਨ ਦੇਵੋ ਜੀਵਾਂ ਨੂੰ। ਹਰ ਹਰ ਨਾਮ ਜੀਓ ਪ੍ਰਾਣ ਹਰ ਮੇਰੇ ਜੀਓ। ਹੁਣ ਹਰੀ ਦਾ ਨਾਮ ਹੀ ਮੇਰੇ ਪ੍ਰਾਣਾਂ ਦੇ ਵਿੱਚ ਵਸ ਗਿਆ ਹੈ, ਕਿਉਂਕਿ ਨਾਮ ਜਿੱਥੋਂ ਪ੍ਰਾਣ ਆਉਂਦੇ ਉੱਥੇ ਪਾਉਣ ਤਾਂ ਆਪਾਂ ਵੱਖ ਹੋ ਗਿਆ ਮਨ। ਹੁਣ ਤਾਂ ਨਾਮ ਹੀ ਸਾਡਾ ਜੀਵਨ ਬਣ ਜਾਂਦਾ ਹੈ। ਫਿਰ ਬਹੁੜ ਨਾ ਪਵਜਲ ਫੇਰੇ ਜੀਓ। ਜਦੋਂ ਪਾਉਣ ਤੋਂ ਵੱਖ ਹੋ ਕੇ ਮਨ ਨਾਮ ਨਾਲ ਜੁੜ ਗਿਆ, ਦੁਬਾਰਾ ਫਿਰ ਭਵ ਸਾਗਰ ਦੇ ਵਿੱਚ, ਪਵਜਲ ਦੇ ਵਿੱਚ ਸਾਨੂੰ ਨਹੀਂ ਆਉਣਾ ਪੈਂਦਾ। ਕਿਉਂ ਹਰ ਪ੍ਰਭ ਵੇਖਾਂ ਮੇਰੇ ਮਨ ਤਨ ਚਾਓ ਜੀਓ। ਮਨ ਤੇ ਤਨ ਵਿੱਚ ਚਾਅ ਪੈਦਾ ਹੋ ਗਿਆ, ਕਿਵੇਂ ਹਰੀ ਨੂੰ ਪ੍ਰਭੂ ਨੂੰ ਦੇਖੀਏ, ਦਰਸ਼ਨ ਕਰਾਂ।
ਹਰ ਮੇਲੋ ਸੰਤ ਜੀਓ, ਮਨ ਲੱਗਾ ਪਾਉ ਜੀਓ। ਜਦੋਂ ਚੌ ਪੈਦਾ ਹੋਇਆ ਫਿਰ ਹਰੀ ਨੇ ਸੰਤ ਮਿਲਾ ਦਿੱਤਾ ਤੇ ਉਹਨਾਂ ਗਿਆਨ ਦਿੱਤਾ, ਕਿਉਂਕਿ ਸੰਤ ਗੁਰ ਦਿੰਦੇ ਨੇ ਤੇ ਮਨ ਦੇ ਵਿੱਚ ਪਿਆਰ ਪੈਦਾ ਹੋ ਗਿਆ। ਮਨ ਲੱਗਾ ਪਾਉ ਜੀਓ, ਗੁਰ ਸ਼ਬਦੀ ਪਾਈਐ ਹਰ ਪ੍ਰੀਤਮ ਰਾਉ ਜੀਓ। ਸੰਤਾਂ ਨੇ ਗੁਰ ਦਿੱਤਾ, ਮਨ 'ਚ ਭਾਉ ਪੈਦਾ ਹੋਇਆ ਤੇ ਗੁਰ ਦੇ ਸ਼ਬਦ ਦੁਆਰਾ ਉਸ ਪ੍ਰੀਤਮ ਪਿਆਰੇ ਦੇ ਨਾਲ ਮਿਲਾਪ ਹੋਇਆ। ਉਵੇਂ ਹੀ ਪ੍ਰਾਪਤ ਹੋਣਾ, ਕਿਉਂਕਿ ਇੱਕ ਹੀ ਵਿਧ ਬਣੀ ਹੈ। ਗੁਰ ਦੁਆਰਾ ਹੀ ਆਪਾਂ ਜਾਣ ਸਕਦੇ ਉਸ ਪ੍ਰਭੂ ਨੂੰ। ਪੂਰਾ ਗੁਰ ਹੀ ਸਾਨੂੰ ਉਸ ਪ੍ਰਭੂ ਦੇ ਨਾਲ ਮਿਲਾ ਸਕਦਾ, ਉਸ ਪ੍ਰਭੂ ਦੇ ਦਰਸ਼ਨ ਕਰਵਾ ਸਕਦਾ ਹੈ। ਬੜਭਾਗੀ ਜਪ ਨਾਉ ਜੀਓ। ਪਰ ਇਹ ਕੌਣ ਜਪਦਾ ਹੈ? ਬੜਭਾਗੀ। ਉਹ ਗੁਰ ਦਿੰਦੇ ਨੇ, ਉਹ ਮੁੱਖੋਂ ਬੋਲ ਕੇ ਗੁਰ ਦਿੰਦੇ ਨੇ। ਦੂਜੇ ਜੀਵ ਉਸ ਨੂੰ ਕੰਨਾਂ ਨਾਲ ਸੁਣਦੇ ਨੇ, ਨੇਤਰਾਂ ਦੇ ਨਾਲ ਦੇਖਦੇ ਨੇ ਤੇ ਸਤਿਗੁਰ ਦੇ ਨਾਲ ਪਿਆਰ ਪਾਉਂਦੇ ਨੇ, ਰੱਤੇ ਜਾਂਦੇ ਨੇ ਤੇ ਦਰਗਾਹ ਦੇ ਵਿੱਚ ਥਾਂ ਪ੍ਰਾਪਤ ਹੁੰਦੀ ਹੈ, ਜਿਸ ਨੂੰ ਆਪਾਂ ਰੋਜ਼ ਪੜ੍ਹਦੇ ਹਾਂ। ਅੰਤਰ ਗੁਰ ਆਰਾਧਨਾ, ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤੇ ਅੰਦਰ ਗਏ ਪਾਈਐ ਠਾਉ। ਮੇਰੇ ਮਨ ਤਨ ਵੱਡੜੀ ਗੋਬਿੰਦ ਪ੍ਰਭ ਆਸਾ ਜੀਓ। ਆਸਾ ਕਿਸ ਦੀ? ਗੋਬਿੰਦ ਦੀ। ਬਹੁਤ ਵੱਡੀ ਆਸ ਉਸ ਪ੍ਰਭੂ ਦੀ ਮਨ ਦੇ ਵਿੱਚ, ਗੋਬਿੰਦ ਦੀ, ਗੁਰ ਦੀ, ਮਨ ਤੇ ਤਨ ਦੇ ਵਿੱਚ। ਮੇਰੇ ਮਨ ਤਨ ਵੱਡੜੀ ਗੋਬਿੰਦ ਪ੍ਰਭ ਆਸਾ ਜੀਓ। ਹਰ ਮੇਲੋ ਸੰਤ ਜੀਓ, ਗੋਬਿੰਦ ਪ੍ਰਭ ਆਸਾ ਜੀਓ। ਫਿਰ ਹਰੀ ਦੇ ਸੰਤ ਮਿਲਾਉਂਦੇ ਨੇ, ਹਰੀ ਮਿਲਾਉਂਦਾ ਆਪਣੇ ਸੰਤਾਂ ਨੂੰ ਤੇ ਸੰਤ ਫਿਰ ਉਸ ਪ੍ਰਭੂ ਦੇ ਨਾਲ ਮਿਲਾਉਂਦੇ ਨੇ, ਕਿਉਂਕਿ ਗਿਆਨ ਦਿੰਦੇ ਨੇ ਕਿ ਆਹ ਭਰਮ ਹੈ ਸਾਡੇ ਅੰਦਰ, ਅਸੀਂ ਦੋ ਦ੍ਰਿਸ਼ਟ ਹੋਏ ਹਾਂ, ਇਸ ਕਰਕੇ ਸਾਨੂੰ ਨਜ਼ਰ ਨਹੀਂ ਆਉਂਦਾ। ਆਹ ਤਰੀਕਾ ਹੈ, ਇੱਕ ਦ੍ਰਿਸ਼ਟ ਹੋ ਕੇ ਨੇਤਰਾਂ ਦਾ ਸ਼ਿੰਗਾਰ ਕਰਨਾ ਹੈ, ਦ੍ਰਿਸ਼ਟੀ ਨੂੰ ਨਿਰਮਲ ਕਰਨਾ ਹੈ, ਭਰਮ ਦਾ ਪਰਦਾ ਪਾਸੇ ਹੋ ਜਾਵੇਗਾ ਤੇ ਪ੍ਰਭੂ ਨੂੰ ਅਸੀਂ ਸਾਹਮਣੇ ਹੀ ਦਰਸ਼ਨ ਕਰ ਲਵਾਂਗੇ, ਪਾਸ ਹੀ ਮਿਲ ਜਾਏਗਾ ਸਾਨੂੰ। ਸਤਿਗੁਰ ਮਤ ਨਾਮ ਸਦਾ ਪ੍ਰਗਾਸਾ ਜੀਓ। ਜਦੋਂ ਫਿਰ ਸਤਿਗੁਰ ਦੀ ਮਤ ਨਾਲ ਚੱਲਦੇ ਹਾਂ, ਫਿਰ ਸਦਾ ਨਾਮ ਪ੍ਰਕਾਸ਼ ਹੋ ਜਾਂਦਾ ਹੈ, ਫਿਰ ਸਾਰੇ ਪਾਸੇ ਪ੍ਰਕਾਸ਼ ਹੀ ਦਿਸਦਾ ਹੈ। ਜਨ ਨਾਨਕ ਪੂਰੇੜੀ ਮਨ ਆਸਾ ਜੀਓ। ਇੱਦਾਂ ਫਿਰ ਪੂਰੀ ਆਸਾ ਹੋ ਜਾਂਦੀ ਹੈ। ਜਦੋਂ ਆਪਾਂ ਪ੍ਰਕਾਸ਼ ਦੇ ਦਰਸ਼ਨ ਕਰਦੇ ਹਾਂ, ਉੱਥੇ ਜਾ ਕੇ ਮਨ ਦੀ ਜਿਹੜੀ ਆਸਾ ਪੂਰੀ ਹੋ ਜਾਂਦੀ ਹੈ। ਪਰ ਜਿਨ੍ਹਾਂ ਨੂੰ ਇਹ ਗਿਆਨ ਹੈ, ਜਿਹੜੇ ਸੱਚੀ ਸੰਗਤ ਕਰਦੇ ਨੇ ਕਿ ਪਰਮੇਸ਼ਰ, ਉਸ ਦਾ ਨਾਮ, ਆਤਮਾ, ਇਸ ਸਤਿਗੁਰ, ਇਹ ਸਭ ਪ੍ਰਕਾਸ਼ ਹੈ, ਨਾ ਕਿ ਕੋਈ ਸਰੀਰ ਹੈ, ਨਾ ਕੋਈ ਆਵਾਜ਼ ਹੈ, ਪ੍ਰਕਾਸ਼ ਹੈ। ਫਿਰ ਜੀਵ ਜਿਨ੍ਹਾਂ ਦੇ ਅੰਦਰ ਪ੍ਰਕਾਸ਼ ਦੇ ਦਰਸ਼ਨਾਂ ਦਾ ਚਾਅ ਹੈ, ਕਿਉਂਕਿ ਅੱਜ ਦੇਖਦੇ ਹਾਂ ਸੰਸਾਰ ਦੇ ਵਿੱਚ ਕੁਛ ਰਸਾਂ ਦੇ ਨਾਲ ਜੁੜੇ ਜਾਂਦੇ ਨੇ, ਕੁਛ ਲੋਕ ਆਵਾਜ਼ਾਂ ਸੁਣਨੀਆਂ ਚਾਹੁੰਦੇ ਨੇ, ਲੇਕਿਨ ਪ੍ਰਭੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਕਿ ਪਰਮੇਸ਼ਰ ਜੋ ਹੈ ਉਹ ਅਨਭਵ ਪ੍ਰਕਾਸ਼ ਹੈ। ਨਾ ਕੋਈ ਚੱਕਰ ਹੈ, ਨਾ ਚਿਹਨ ਹੈ, ਨਾ ਵਰਨ ਹੈ, ਨਾ ਜਾਤ ਹੈ, ਨਾ ਪਾਤ ਹੈ, ਨਾ ਰੂਪ ਹੈ, ਨਾ ਰੇਖ ਹੈ, ਨਾ ਰੰਗ ਹੈ, ਕੁਛ ਵੀ ਨਹੀਂ ਹੈ, ਪ੍ਰਕਾਸ਼ ਰੂਪ ਹੈ। ਇਸ ਕਰਕੇ ਫਿਰ ਉਹਨਾਂ ਜੀਵਾਂ ਦੀ ਆਸਾ ਪੂਰੀ ਹੋ ਜਾਂਦੀ ਜਦੋਂ ਪ੍ਰਕਾਸ਼ ਨੂੰ ਦੇਖਦੇ, ਸਾਰੇ ਪਾਸੇ ਪ੍ਰਕਾਸ਼ ਭਰਪੂਰ ਹੈ। ਸਵਾਉ ਗੁਰਮੁਖ ਪਿਆਰਿਓ। ਹੁਣ ਆਪਾਂ ਨਾਲ ਨਾਲ ਆਪਣੀ ਮਨ ਦੇ ਵਿੱਚੋਂ ਪੂਰਾ ਕਰਕੇ ਪੂਰੇ ਵਿਸ਼ਵਾਸ ਦੇ ਨਾਲ ਆਪਾਂ ਵੀ ਜੁੜੀਏ, ਜਿਹੜੇ ਨਵੇਂ ਜੀਵ ਨੇ, ਕਿਉਂਕਿ ਜਿਹੜੇ ਪਹਿਲੇ ਉਹ ਤਾਂ ਉਸ ਦੇ ਦਰਸ਼ਨ ਕਰ ਹੀ ਰਹੇ ਨੇ, ਆਨੰਦ ਨੂੰ ਮਾਣ ਹੀ ਰਹੇ ਨੇ, ਤੇ ਕੋਈ ਨਵਾਂ ਜੀਵ ਵੀ ਜੁੜਦਾ, ਉਹ ਵੀ ਸਮਝ ਕੇ, ਮੰਨ ਕੇ, ਵਿਸ਼ਵਾਸ ਕਰਕੇ ਤੇ ਇਸ ਨੂੰ ਮੰਨ ਸਕਦਾ ਹੈ, ਆਪਣੇ ਜੀਵਨ ਨੂੰ ਸਫਲ ਕਰ ਸਕਦਾ ਹੈ। ਕਿਉਂਕਿ ਆਪਾਂ ਉਹੀ ਵਿਚਾਰ ਕਰਦੇ ਹਾਂ ਜੋ ਅੱਖਾਂ ਦੁਆਰਾ ਦੇਖ ਸਕਦੇ ਹਾਂ। ਆਪਾਂ ਉਹ ਗੱਲਾਂ ਨਹੀਂ ਕਰਦੇ ਵੀ ਜਿਹੜੀਆਂ ਕਿਤੇ ਹੋਰ ਦੀਆਂ ਨੇ, ਆਪਾਂ ਉਸ ਪ੍ਰਭੂ ਦੀ ਗੱਲ ਕਰਦੇ ਜਿਹੜਾ ਹਾਜ਼ਰ ਨਾਜ਼ਰ ਹੈ, ਜਿਹੜਾ ਹਰ ਥਾਂ 'ਤੇ ਹੈ, ਜਿਸ ਨੂੰ ਆਪਣਾ ਦਰਸ਼ਨ ਕਰਕੇ
ਜੀਵਨ ਸਫਲਾ ਕਰਨਾ ਹੈ। ਆਓ ਕਿਵੇਂ ਦੇਖਣਾ ਹੈ, ਕਿਵੇਂ ਆਪਾਂ ਨੇਤਰਾਂ ਦਾ ਸ਼ਿੰਗਾਰ ਕਰਨਾ ਹੈ, ਕਿਵੇਂ ਆਪਣੇ ਆਪ ਨੂੰ ਪਰਖਣਾ ਹੈ। ਆਪਾਂ ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਜਿੱਥੋਂ ਸਵਾਸ ਆਉਂਦਾ ਹੈ, ਇਸ ਪੁਆਇੰਟ 'ਤੇ ਦੋਨਾਂ ਨੇਤਰਾਂ ਨੂੰ ਆਪਾਂ ਇੱਕ ਪੁਆਇੰਟ 'ਤੇ ਦੇਖਣਾ ਦੋਨਾਂ ਦੇ ਨਾਲ। ਆਪਣੀ ਦ੍ਰਿਸ਼ਟੀ ਨੂੰ ਇੱਥੇ ਫੋਕਸ ਕਰਨਾ ਹੈ ਅਤੇ ਇੱਥੇ ਪਹਿਲਾਂ ਥੋੜ੍ਹਾ ਆਪਣੇ ਆਪ ਨੂੰ ਪਰਖਣਾ